पिता तू है मेरा माता, तू मेरा बंधक, तू मेरा भरा। ਸਾਰੀ ਜ਼ਿੰਦਗੀ ਉਹਨਾਂ ਨਾਮ ਦੇ ਵਾਲੇ ਪਾਸੇ ਜੀਆਂ ਨੂੰ ਲਾਇਆ ਵਾ ਤੇ ਨਾਮ ਦੇ ਨਾਲ ਹੀ ਜੋੜਦੇ ਹੁੰਦੇ ਸਨ। ਸੋ ਸਾਧ ਸੰਗਤ ਜੀ, ਇੱਕ ਵਾਰੀ ਆਪਾਂ ਨਗਰੋਂ ਗਏ ਤੇ ਬਾਬਾ ਜੀ ਜਿਹੜੀ ਲੱਕੜ ਸੀ ਉੱਥੇ ਗੱਡੀ ਹੁੰਦੀ ਸੀ। ਸਾਧ ਸੰਗਤ ਨੂੰ ਪਤਾ ਦੱਸਿਆ ਵੀ ਅੱਗੇ ਡੇਰੇ ਦਾ ਨਕਸ਼ਾ ਕਿ ਕੱਚਾ ਡੇਰਾ ਹੁੰਦਾ ਸੀਗਾ, ਤਕਰੀਬਨ ਕਨਾਲਕ ਦੇ ਲਾਗੇ ਥਾਂ ਸੀ, ਜਿਹੜੇ 4 ਸਵੇਰੇ ਕੱਚੀ ਕੰਧ ਸੀ, ਵਿੱਚ 2 ਸਰੀਆਂ ਦੇ ਬੂਟੇ ਸਨ, 3-4 ਪਿੱਪਲਾਂ ਦੇ ਬੂਟੇ ਸਨ, 2-3 ਬੋੜਾਂ ਦੇ ਬੂਟੇ ਸਨ। ਇੱਕ ਪਾਸੇ ਉਹ ਥੜਾ ਪਾ ਕੇ ਥੋੜਾ ਜਿਹਾ ਬਾਬਾ ਜੀ ਨੇ ਉੱਚਾ ਕਰ ਛੜਿਆ ਸੰਗਤਾਂ ਦੇ ਨਾਲ ਰਹਿ ਕੇ, ਤੇ ਸਾਰਾ ਡੇਰਾ ਜਿੱਥੇ ਬਹਿਣ ਖਲੋਣ ਸੀ ਸਾਰਾ ਕੱਚਾ ਸੀਗਾ। ਬਾਅਦ ਵਿੱਚ ਸੰਗਤਾਂ ਜਿਹੜੀਆਂ ਨੇ ਆਪ ਅਧੂਰੀਆਂ ਜਿਹੜੀਆਂ ਗਿਆਨ ਤੋਂ ਵਹਾਉਣੀਆਂ ਸੀ, ਉਹਨਾਂ ਨੇ ਡੇਰੇ 'ਚੋਂ ਮਿੱਟੀ ਪੁੱਟਣ ਕੇ ਸ਼ੁਰੂ ਕਰ ਦਿੱਤੀ ਖੜਨੀ, ਤੇ ਕਈਆਂ ਮਾਈਆਂ ਨੂੰ ਵੇਖਿਆ ਮਿੱਟੀ ਖੜ ਖੜ ਕੇ ਤੇ ਉਹਨੂੰ ਘੋਲ ਘਾਲ ਕੇ ਆਪਣੀਆਂ ਪੈੜੀਆਂ ਜਿੱਦਾਂ ਘਰਾਂ 'ਚ ਤਰਮਕਣੀ ਪੁੱਠੇ ਕੰਮ ਕਰਨੇ। ਖੇਡ ਤੇ ਸ਼ਬਦ ਨਾਲ ਹੀ ਬਣਨੀ ਸੀ, ਮਿੱਟੀ ਨਾਲ ਕੀ ਹੋਣਾ ਸੀ। ਸੋ ਗੁਰੂ ਸਾਧ ਸੰਗਤ ਜੀ, ਫਿਰ ਬਾਬਾ ਜੀ ਨੇ ਇੱਟਾਂ ਲਵਾਈਆਂ ਥੋੜੀਆਂ ਜੀਆਂ, ਜਿੰਨੇ ਥੋੜੇ ਜਿਹੇ ਥਾਂ ਦੇ ਵਿੱਚ, ਤੇ ਇੱਟਾਂ ਲਾ ਕੇ ਪੱਧਰੀਆਂ ਕਰਵਾ ਕੇ ਸੰਗਤ ਕੋ ਉਹਦੇ ਵਿੱਚ ਮਿੱਟੀ ਪਾ ਛੜੀ, ਉਹਦੇ ਵਿੱਚ ਰੇਤ ਰੂਤ ਪਾ ਛੜੀ, ਤੇ ਆਖਣ ਲੱਗੇ ਪੁੱਠਾ ਕੰਮ ਕਰਦੀਆਂ ਨੇ ਤਾਂ ਮੈਂ ਤੇ ਇੱਟ ਨਹੀਂ ਲੱਗਣ ਦੇਣੀ ਇੱਥੇ ਡੇਰੇ ਦੇ ਵਿੱਚ, ਪਰ ਇਹ ਮਾਈਆਂ ਪੁੱਠੇ ਕੰਮ ਕਰਦੀਆਂ ਨੇ ਤਾਂ ਲਾ ਛੜੀਆਂ। ਜਦੋਂ ਬਾਬਾ ਜੀ ਗਾਂਹ ਪਿਛਾਂ ਜਾਣਾ ਤੇ ਲੋਕਾਂ ਨੇ ਮਿੱਟੀ ਪੁੱਟ ਲੈਣੀ, ਜਿੱਥੇ ਲੱਕੜ ਗੱਡੀ ਹੁੰਦੀ ਸੀ ਉੱਥੋਂ ਵੀ ਪੁੱਟ ਕੇ ਲੈ ਜਾਣੀ ਘਰਾਂ ਨੂੰ। ਸੋ ਗੁਰੂ ਸਾਧ ਸੰਗਤ ਜੀ, ਸਾਖੀ ਦੱਸਣ ਲੱਗੇ ਮਹਾਂਪੁਰਖਾਂ ਦੀ ਕਿ 24 ਘੰਟੇ ਸਿਮਰਨ ਦੇ ਅਭਿਆਸ ਵਿੱਚ ਲੱਗੇ ਰਹਿਣਾ ਉਹਨਾਂ ਨੇ, ਤੇ ਸੰਗਤ ਨੇ ਵੀ ਨਾਲ, ਉਹਨਾਂ ਨੇ ਸੰਗਤ ਨੂੰ ਵੀ ਰੰਗ ਚਾੜ ਦੇਣਾ। ਅੱਧੀ ਰਾਤ ਤੋਂ ਬਾਅਦ ਬਾਬਾ ਜੀ ਨੇ ਆਖਣਾ ਗੱਡੀ ਨੂੰ ਅਸੀਂ ਡੀਕਣਾ ਵਾ, ਤੇ ਗੱਡੀ ਨੇ ਸਾਨੂੰ ਨਹੀਂ ਡੀਕਣਾ। 11:30 ਵਜੇ ਉੱਠ ਕੇ ਰਾਤ ਨੂੰ ਬਹਿ ਜਾਣਾ, ਤੇ 12 ਵਜੇ ਤੋਂ ਪਹਿਲਾਂ ਹੀ ਬਾਬਾ ਜੀ ਨੇ ਆਖਣਾ ਬਈ ਲੱਸੀ ਬਣਾਓ, ਖੂਹ ਤੋਂ ਜਾ ਕੇ ਜਲ ਲਿਆਉਣਾ। ਜਲ ਲਿਆ ਕੇ ਫਿਰ ਸੰਗਤਾਂ ਨੇ ਬਾਟੇ ਮਾਂਜਣੇ, ਬਾਟੇ ਮਾਂਜ ਕੇ ਲਿਸ਼ਕਾਉਣੇ। ਕਈ ਵਾਰੀ ਮਹਾਂਪੁਰਖਾਂ ਨੇ ਕਹਿਣਾ ਜਿਸ ਤਰ੍ਹਾਂ ਬਾਟਾ ਮਾਂਜਦੇ ਇਸ ਤਰ੍ਹਾਂ ਆਪਣਾ ਹਿਰਦਾ ਵੀ ਮਾਂਜੋ, ਨਾਲੋਂ ਨਾਲ ਸਵਾਸਾਂ ਦੇ ਨਾਲੋਂ ਨਾਲ ਬ੍ਰਹਮ ਗਿਆਨ ਕਰਨਾ। ਫਿਰ ਲੱਸੀ ਬਣਾ ਕੇ ਬਾਬਾ ਜੀ ਨੂੰ ਪਿਆਲਣੀ। ਫਿਰ ਵਾਰੋ ਵਾਰੀ ਜਪਜੀ ਸਾਹਿਬ ਮਹਾਂਪੁਰਖਾਂ ਨੇ ਕਈ ਵਾਰੀ ਪਹਿਲਾਂ ਪੜ੍ਹਨਾ, ਵਾਰੋ ਵਾਰੀ ਸਾਰਿਆਂ ਸਿੰਘਾਂ ਨੇ ਪੜ੍ਹਨਾ। ਜਦੋਂ ਅੰਮ੍ਰਿਤ ਵੇਲਾ ਕਈ ਵਾਰੀ 4 ਵਜੇ ਤੋਂ ਪਹਿਲਾਂ ਸੰਗਤਾਂ ਸ਼ੁਰੂ ਹੋ ਜਾਂਦੀਆਂ ਹੁੰਦੀਆਂ ਸਨ। ਇੱਥੋਂ ਦਾ ਹੀ ਨਿੱਕੇ ਘੁੰਮਣਾ ਦਾ ਭਾਈ ਤਰਲੋਕ ਸਿੰਘ ਤੇ ਭਾਈ ਰਵੇਲ ਸਿੰਘ, ਇਹ ਆਪੋ ਚ ਦੀ ਰਿਸ਼ਤੇਦਾਰੀ ਵੀ ਇਹਨਾਂ ਦੀ ਬਾਅਦ ਚ ਬਣ ਗਈ। ਇਹਨਾਂ ਦੋਵਾਂ ਨੇ ਆਸਾ ਦੀ ਵਾਰ ਪੜਿਆ ਕਰਨੀ। ਪੜਿਆ ਕਿਸ ਤਰ੍ਹਾਂ ਕਰਨੀ, ਇੱਕ ਨੇ ਇੱਕ ਤੁਹ ਬੋਲਣੀ, ਇੱਕ ਨੇ ਇੱਕ ਤੁਹ ਬੋਲਣੀ। ਹੁਣ ਬਜ਼ੁਰਗ ਸਾਡੇ ਵਾਂਗੂ ਹੋ ਗਏ, ਤੇ ਹੁਣ ਆਪਾਂ ਉਹਨਾਂ ਨੂੰ ਇੱਕ ਦਿਨ ਮਿਲੇ ਤੇ ਪੁੱਛਿਆ ਵੀ ਆਸਾ ਦੀ ਵਾਰ ਤੇ ਇੱਕ ਵਾਰੀ ਸੁਣਾ ਕੇ ਸਾਨੂੰ ਆਨੰਦ ਤੇ ਬੰਨ ਦੋ, ਸਾਨੂੰ ਪ੍ਰੇਮ ਦੇ ਵਿੱਚ ਤੇ ਭੇਦੋ ਆਸਾ ਦੀ ਵਾਰ ਦੇ ਵਿੱਚ। ਉਹ ਆਂਦੇ ਵੀਰੇ ਇਹ ਗੱਲ ਨਹੀਂ ਹੁਣ ਬਣਨੀ, ਉਹ ਗੱਲ ਉਦੋਂ ਹੀ ਜਦੋਂ ਸਾਡਾ ਬਚਪਨ ਸੀਗਾ ਉਦੋਂ ਹੀ ਰਸਨਾ ਚੱਲਦੀ ਸੀ, ਉਹ ਹੁਣ ਨਹੀਂ ਐਡੀ ਚੱਲਦੀ, ਤੇ ਨਾ ਹੁਣ ਇਕੱਠ-ਜੋੜ ਹੀ ਬਣਦਾ। ਬਾਪੂ ਦਿਆਲ ਸਿੰਘ ਵੱਡੇ ਘੁੰਮਣਾ ਵਾਲੇ, ਇਹਨਾਂ ਨੇ ਆਣ ਕੇ ਸੁਖਮਨੀ ਸਾਹਿਬ ਪੜ੍ਹਨੀ, ਇਹਨਾਂ ਨੂੰ ਸੁਖਮਨੀ ਸਾਹਿਬ ਕੰਠ ਸੀ। ਸੂਬੇਦਾਰ ਗੋਦਰਪੁਰੀਏ, ਇਹਨਾਂ ਨੇ ਆਣ ਕੇ ਜਪਜੀ ਸਾਹਿਬ ਪੜ੍ਹਨਾ, ਆਖਣਾ ਮਾਲਕੋ ਮੈਂ ਆ ਗਿਆ। ਉੱਚੀ ਨਾਲ ਇਹਨਾਂ ਦਾ ਸੁਭਾਅ ਸੀ, ਉੱਚੀ ਨਾਲ ਆਣ ਕੇ ਬਾਬਾ ਜੀ ਨੂੰ ਦੱਸਣਾ। ਬਾਬਾ ਜੀ ਨੇ ਵੀ ਕਹਿਣਾ ਸੂਬੇਦਾਰ ਆ ਗਿਆ, ਤੇ ਉਹਨੇ ਫਿਰ ਜਪਜੀ ਸਾਹਿਬ ਪੜ੍ਹਨਾ ਬੜਾ ਠਰਾ ਕੇ। ਫਿਰ ਦਿਨ ਚੜ ਜਾਣਾ, ਤੇ ਫਿਰ ਬਾਬਾ ਜੀ ਨੇ ਤਹਿ ਫੁੱਟੀ ਨਾਲ ਬਾਹਰ ਨੂੰ ਜਾਣਾ। ਸੋ ਸੰਗਤ ਨੇ ਸ਼ੇਅਰ ਕਰਨ ਲੱਗੇ ਸਾਂ ਲੱਕੜ ਦੇ ਲਾਗੇ। ਜਦੋਂ ਆਪਾਂ ਬਾਹਰ ਨਿਕਲੇ ਤੇ ਬਾਬਾ ਜੀ ਉੱਥੇ ਮਿਲੇ। ਬਾਬਾ ਜੀ ਆਖਣ ਲੱਗੇ ਉਹ ਸੁੰਦਰ ਸੇ ਹੈਗਾ ਕਿ ਨਹੀਂ ਹਜੇ। ਉਹ ਮੈਨੂੰ ਹੁਣ ਪਤਾ ਨਾ ਲੱਗੇ ਵੀ ਸੁੰਦਰ ਸੇ ਆਂਦੇ ਕਿਹਨੂੰ ਆ। ਫਿਰ ਆਂਦੇ ਸੁੰਦਰ ਸਿੰਘ ਗਰਾਇਆ। ਮੈਂ ਹਾਂ ਜੀ ਮੈਨੂੰ ਨੀਗਾ ਪਤਾ ਹੈਗਾ ਕਿ ਨਹੀਂ ਹੈਗਾ। ਸੁੰਦਰ ਸਿੰਘ ਗਰਾਇਆ ਸਾਡੇ ਪਿੰਡ ਹੈ ਹੀ ਕੋਈ ਨੀਗਾ। ਹੁਣ ਮੈਨੂੰ ਪਤਾ ਨਹੀਂ ਵੀ ਬਾਪੂ ਦਾ ਨਾਂ ਸੁੰਦਰ ਸਿੰਘ ਆ, ਕਿਉਂਕਿ ਸਾਰਾ ਪਿੰਡ ਹੀ ਬਾਪੂਆਂ ਦਾ ਸੀ। ਬਾਬਾ ਜੀ ਨੇ ਉਮਰ ਦਾ ਵੀ ਵੱਡਾ ਸੀਗਾ। ਹੋਇਆ ਕਿ ਬਾਬਾ ਜੀ ਨੇ ਫਿਰ ਦੱਸਿਆ
ਕਹਿੰਦੇ ਉਹਦੇ 3 ਵਿਆਹ ਹੋਏ ਨੇ ਤੇ 3 ਵਿਆਹਾਂ 'ਚ ਉਹਦੀ ਔਲਾਦ ਵਾ। ਮੈਨੂੰ ਤਾਂ ਵੀ ਨਾ ਪਤਾ ਲੱਗਾ। ਫਿਰ ਬਾਬਾ ਜੀ ਆਖਣ ਲੱਗੇ ਇੱਕ ਉਹਦਾ ਮੁੰਡਾ ਗੱਡੀ ਥੱਲੇ ਸਿਰ ਦੇ ਕੇ ਮਰ ਗਿਆ, ਉਹਦਾ ਨਾਂ ਜੈਬ ਸਿੰਘ ਸੀ। ਉਹ ਮੈਨੂੰ ਤਾਂ ਵੀ ਨਾ ਪਤਾ ਲੱਗਾ। ਜਦੋਂ ਮਾਸਟਰ ਮੱਖਣ ਦਾ ਨਾਂ ਲਿਆ ਤੇ ਦਲੀਪ ਸਿੰਘ ਦਾ ਨਾਂ ਲਿਆ ਫਿਰ ਮੈਨੂੰ ਪਤਾ ਲੱਗ ਗਿਆ। ਮੈਂ ਕਿਹਾ ਮਹਾਰਾਜ ਜੀ ਉਹ ਤਾਂ ਸਾਡੇ ਘਰ ਦੇ ਨਾਲ ਹੀ ਆ, ਕੰਧ ਨਾਲ ਕੰਧ ਹੀ ਸਾਂਝੀ ਆ, ਤੇ ਅਸੀਂ ਉਹਨੂੰ ਬਾਪੂਆਂ ਨੇ, ਮੈਨੂੰ ਨਾਂ ਦਾ ਨੀਗਾ ਪਤਾ ਕਿ ਉਹਦਾ ਨਾਂ ਸੁੰਦਰ ਸਿੰਘ ਆ। ਕਹਿੰਦੇ ਅੱਛਾ, ਕਹਿੰਦੇ ਜੇ ਉਹ ਹੈਗਾ ਤੇ ਮੇਰੇ ਮੱਥੇ ਲਾਵੀਂ, ਆਪਣੇ ਆਪ ਨੂੰ ਆਖਣ ਲੱਗੇ। ਮੈਂ ਕਿਹਾ ਜੀ ਹੈਗਾ ਵਾ, ਤੇ ਆਂਦੇ ਉਹਨੂੰ ਸਵੇਰੇ ਲੈ ਕੇ ਆਇਓ। ਮੈਂ 7 ਵਜੇ, ਮੈਂ ਕਿਹਾ ਜੇ ਉਹਨਾਂ ਦੇ ਘਰ ਦੇ ਘਲਾ ਲੈਣਗੇ ਤੇ ਤਾਂ ਹੀ ਆ ਨਾ। ਕਹਿੰਦੇ ਘਲਾ ਲੈਣਗੇ, ਮੇਰਾ ਨਾਂ ਲਿਓ ਤੁਸੀਂ। ਕਿਹਾ 7 ਵਜੇ ਅਸੀਂ ਗਏ, ਜਾ ਕੇ ਮਾਸਟਰ ਗਾੜੀ ਬੇਨਤੀ ਕੀਤੀ, ਮਾਸਟਰ ਜੀ ਬਾਪੂ ਜੀ ਨੂੰ ਬਾਬਾ ਜੀ ਯਾਦ ਕਰਦੇ ਨੇ ਤੇ ਆਂਦੇ ਉਹਨੂੰ ਲੈ ਕੇ ਆਓ। ਮਾਸਟਰੋਂ ਨੇ ਆਖਣ ਲੱਗੇ ਕਾਕਾ ਬਿਰਧ ਅਵਸਥਾ ਵਾ ਇਹਨਾਂ ਦੀ, ਕੰਨਾਂ ਤੋਂ ਬੋਲੇ ਹੋ ਗਿਆ, ਤੁਰਿਆ ਇਹਨਾਂ ਕੋਲ ਜਾਂਦਾ ਨਹੀਂ, ਉੱਠ ਕੇ ਬੈਠਾ ਨਹੀਂ ਜਾਂਦਾ, ਤੇ ਕਿਸ ਤਰ੍ਹਾਂ ਖੜੋਗੇ? ਮੇਰੀ ਸਿਰਦਰਦੀ ਕੋਈ ਨਹੀਂ, ਜੇ ਤੁਸੀਂ ਖੜ ਸਕਦੇ ਤੇ ਲੈ ਜਾਓ। ਅਸੀਂ ਆਖਿਆ ਜੀ ਅਸੀਂ ਖੜਾਂਗੇ, ਅਸੀਂ ਤੁਹਾਡੇ ਘਰ ਲਿਆ ਦਾਂਗੇ, ਮੁੜ ਕੇ ਸਾਡੀ ਜ਼ਿੰਮੇਵਾਰੀ ਆ, ਸਾਨੂੰ ਹੁਕਮ ਲਾਗੂ ਹੋਇਆ ਵਾ, ਤੁਹਾਡੇ ਕੋਲ ਸਿਰਫ ਇਹੋ ਇਜਾਜ਼ਤ ਲੈਣੀ ਕਿ ਤੁਸੀਂ ਇਹਨੂੰ ਘਲਾ ਦਿਓ। ਉਹ ਆਂਦੇ ਮੈਨੂੰ ਕੋਈ ਇਤਰਾਜ਼ ਨਹੀਂ, ਤੁਸੀਂ ਲੈ ਜਾਓ। ਫਿਰ ਠੰਡ ਵੀ ਬੜੀ ਆ, ਕਿਸ ਤਰ੍ਹਾਂ ਖੜੋਗੇ? ਅਸੀਂ ਆਖਿਆ ਇਹ ਸਾਡੀ ਜ਼ਿੰਮੇਵਾਰੀ ਆ। ਚਲੋ ਬਾਪੂ ਜੀ ਦਾ ਪੋਤਰਾ ਭਾਈ ਨਿਰਮਲ ਸਿੰਘ ਆਖੜੇ ਜੋ ਅਮਰੀਕਾ ਬੈਠੇ ਨੇ, ਉਹਨਾਂ ਗਾੜੀ ਬੇਨਤੀ ਕੀਤੀ ਕਿ ਉਹਨਾਂ ਦੇ ਘਰ ਜਾ ਕੇ ਕਿ ਬਾਬਾ ਜੀ ਦਾ ਆਹ ਹੁਕਮ ਆ ਤੇ ਕਿਸ ਤਰ੍ਹਾਂ ਕਰਨੀ ਆ। ਉਹ ਆਂਦਾ ਹੁਕਮ ਆ ਤੇ ਚਲੋ ਸਿਰ ਮੱਥੇ ਪ੍ਰਵਾਨ ਕਰੋ, ਤੁਸੀਂ ਜੋ ਸਾਨੂੰ ਹੁਕਮ ਕਰੋ ਮੈਂ ਲਾਗੂ ਕਰ ਲੈਣਾ। ਮੈਂ ਤੁਹਾਨੂੰ ਹੁਕਮ ਨਹੀਂ ਕਰਨਾ, ਮੈਂ ਬੇਨਤੀ ਕਰਨੀ ਕਿ ਬਾਬਾ ਜੀ ਦਾ ਵਚਨ ਜਿਹੜਾ ਵਾ ਉਹ ਪੂਰਾ ਕਰੀਏ, ਇਹਨੂੰ ਨਾਲ ਲੈ ਕੇ ਬਾਬਾ ਜੀ ਦੇ ਕੋਲ ਜਾਈਏ। ਕਹਿੰਦਾ ਫੇ ਕਿੰਨੇ ਵਜੇ ਤੁਰੀਏ? ਮੈਂ ਕਿਹਾ ਬਾਬਾ ਜੀ ਨੇ ਆਖਿਆ ਸੂਰਜ ਦੀ ਤਹਿ ਫੁੱਟਣ ਤੋਂ ਪਹਿਲਾਂ ਪਹਿਲਾਂ ਲੈ ਕੇ ਆਓ। ਡੇਰੇ ਦੇ ਵਿੱਚ ਹੀ ਜਦੋਂ ਬਾਬਾ ਜੀ ਸੈਰ ਸਪਾਟਾ ਜਾਂਦੇ ਉਹ ਤੋਂ ਪਹਿਲਾਂ ਪਹਿਲਾਂ ਹੀ। ਉਹ ਆਂਦਾ ਚੱਲ ਫਿਰ। ਆਂਦਾ ਕਿਸ ਤਰ੍ਹਾਂ ਖੜਾਂਗੇ? ਮੈਂ ਜਾ ਕੇ ਗੁਰਦੁਆਰਾ ਸਾਹਿਬ ਸਪੀਕਰ ਲਾ ਦੂੰਗਾ, ਹੁਕਮਨਾਮਾ ਲਾਊਂ ਤੇ ਮੈਂ ਬਾਣੀ ਪੜ੍ਹਨੀ ਸ਼ੁਰੂ ਕਰ ਦੂੰਗਾ, ਤੇ ਤੁਸੀਂ ਜਦੋਂ ਗੁਰਦੁਆਰੇ ਆ ਜਾਓਗੇ ਤੇ ਮੈਂ ਅਰਦਾਸ ਬੇਨਤੀ ਕਰਕੇ ਗੁਰੂ ਸਾਹਿਬਾਂ ਕੋਲ ਮਾਫੀ ਮੰਗ ਲਾਂਗੇ, ਤੇ ਫਿਰ ਆਪਾਂ ਬਾਪੂ ਨੂੰ ਲੈ ਜਾਾਂਗੇ ਬਾਬਾ ਜੀ ਦੇ ਡੇਰੇ। ਕਹਿੰਦਾ ਖੜਾਂਗੇ ਕਿਸ ਤਰ੍ਹਾਂ? ਮੈਂ ਸਾਈਕਲ ਤੇ ਦੋਵੇਂ ਪਾਸੇ ਲੱਤਾਂ ਕਰਕੇ ਨਾ ਬਾਪੂ ਦੀਆਂ, ਤੇ ਉੱਤੇ ਖੇਸ ਰੱਖ ਲਾਂਗੇ ਕਾਠੀ ਦੇ ਮਗਰ, ਤੇ ਇੱਕ ਜਣਾ ਰੇੜਾਂਗੇ ਸਾਈਕਲ ਤੇ, ਇੱਕ ਜਣਾ ਬਾਪੂ ਨੂੰ ਫੜਾਂਗੇ ਮਗਰੋਂ। ਉਹ ਆਂਦਾ ਹੋਰ ਕਰਾਂਗੇ, ਦੁਪੱਟਾ ਡੋਟਾ ਵੀ ਨਾਲ ਪਾ ਲਾਂਗੇ, ਕਿਤੇ ਪਛਾਣ ਨਾ ਲੱਜੇ। ਮੈਂ ਕਿਹਾ ਚਲੋ ਤੇਰੀ ਮਰਜ਼ੀ ਦੀ ਖੇਡ ਆ। ਚਲੋ ਆਪਾਂ ਚੁੱਕ ਚੱਕ ਕੇ ਗਲੀ ਦੇ ਵਿੱਚੋਂ ਬਾਪੂ ਨੂੰ ਕੱਢਿਆ, ਬਿਠਾ ਲਿਆ ਸਾਈਕਲ ਦੇ ਉੱਤੇ ਤੇ ਰੇੜ ਕੇ ਤੁਰ ਪਏ। ਅਸੀਂ ਜਦੋਂ ਤੁਰਿਆ ਤੇ ਅਸੀਂ ਸਿੱਧਾ ਬੋੜੀ ਸਾਹਿਬ ਵੱਲ ਨੂੰ ਚਲ ਗਏ ਆ, ਬਿੱਲਿਆਂ ਦੇ ਕੋਲੇ ਨੂੰ, ਸਿੱਧਾ ਹੀ ਡੇਰੇ ਨੂੰ ਬਜਾਏ। ਅਸੀਂ ਆਖਿਆ ਇੱਧਰ ਨੂੰ ਸੈਰ ਸਪਾਟਾ ਜਾਂਦੇ ਤੇ ਗਾੜੀ ਮਿਲ ਪਣਗੇ, ਪਰ ਮਾਲਕ ਦਿਆਵਾਨ ਉਦੋਂ ਤੈਅ ਵੀ ਫੁੱਟ ਗਈ, ਲੇਟ ਹੋ ਕੇ ਥੋੜਾ, ਤੇ ਬਾਬਾ ਜੀ ਉੱਥੇ ਬੈਠੇ ਰਹੇ ਡੇਰੇ ਦੇ ਵਿੱਚ ਹੀ। ਜਦੋਂ ਡੇਰੇ ਚਲ ਗਏ, ਬਾਪੂ ਹੁਣ ਰਾਧਾ ਸਵਾਮੀਆਂ ਦਾ ਚੇਲਾ ਸੀਗਾ, ਤੇ ਬਾਬਾ ਜੀ ਨੇ ਜਵਾਨੀ ਦੇ ਵਿੱਚ ਅੜਬਪੁਣਾ ਵੀ ਕਰਦਾ ਰਿਹਾ। ਬਾਬਾ ਜੀ ਨੂੰ ਕਹਿੰਦਾ ਤੁਸੀਂ ਬਟੇਰੇ ਫੜਦੇ ਜੇ ਤੇ ਅੱਜ ਸਾਧ ਬਣ ਗਏ ਜੇ, ਕਿਉਂਕਿ ਬੁਝਾਰਤਾਂ ਸਾਡੇ ਨਾਲ ਪਾਉਂਦਾ ਹੁੰਦਾ ਸੀਗਾ। ਇੱਕ ਵਾਰੀ ਸਾਨੂੰ ਕਹਿਣ ਲੱਗਾ ਕਿ ਕੱਲ ਝੋਨਾ ਬੀਜਿਆ ਤੇ ਅੱਜ ਵੱਢਿਆ ਗਿਆ। ਮੈਂ ਮੁੱਢ ਪਿੱਛੋਂ ਹੀ ਹਰਿਆ ਵਾ। ਇਹ ਕੁਝ ਦਿਨ ਪਹਿਲਾਂ ਦੀਆਂ ਗੱਲਾਂ ਨੇ, ਪਰ ਸਾਨੂੰ ਪਤਾ ਨਹੀਂ ਸੀ ਬਾਪੂ ਦਾ ਨਾਂ ਸੁੰਦਰ ਸਿੰਘ। ਆਂਦਾ ਉਹ ਕਿਸ ਤਰ੍ਹਾਂ ਪਿੱਛੋਂ ਹਰਿਆ ਵਾ ਮੁੱਢ। ਮੈਂ ਕਿਹਾ ਤੂੰ ਜਿਹੜੀ ਗੱਲ ਆਖੀ ਉਹਦਾ ਮੈਂ ਜਵਾਬ ਦਿੱਤਾ। ਕਹਿੰਦਾ ਮੈਂ ਕੀ ਆਖਿਆ? ਮੈਂ ਕਿਹਾ ਤੂੰ ਮਹਾਂਪੁਰਖਾਂ ਵੱਲੋਂ ਕਹਿਣ ਡਿਆ ਵਾ ਕਿ ਕੱਲ ਬਟੇਰੇ ਫੜਦੇ ਰਹੇ, ਅੱਜ ਪ੍ਰਗਟ ਹੋ ਗਿਆ, ਅੱਜ ਲੋਕੀ ਰੱਬ ਕਹਿਣ ਡਿਆ ਵੇ ਉਹਨਾਂ ਨੂੰ। ਮੈਂ ਕਿਹਾ ਉਹਨਾਂ ਦੇ ਪਿਛਲੇ ਜਨਮਾਂ ਦੀ ਭਗਤੀ ਆ, ਇਸ ਜਨਮ ਦੇ ਵਿੱਚ ਨਹੀਂ ਹੋਈ। ਸੋ ਲਾਗੋ ਦੀ ਲੰਘਣਾ ਤੇ ਮਾਤਾ ਜੱਸੋ ਜਿਹੜੀ ਬਾਪੂ ਜੀ ਦੇ ਘਰ ਵਾਲੀ ਜਿਹੜੀ ਅਖੀਰੀ ਸੀ, ਜਿਨ੍ਹਾਂ ਦੀ ਮਾਸਟਰ ਹੋਣੀ, ਜਿਨ੍ਹਾਂ ਦੇ ਬੱਚੇ ਸਨ, ਜਦੋਂ ਬਾਪੂ ਜੀ ਨੂੰ ਬਿਠਾਲਣ ਡਈ ਤੇ ਮੈਂ ਲਾਗੋ ਦੀ ਲੰਘਣ ਡਿਆ ਤੇ ਮੈਂ ਵੀ ਅੜ ਦਸਾਂ। ਮੈਂ ਲਾਗੋ ਉੱਚੀ ਨੇ ਕਹਿ ਬੈਠਾ, ਬੁੱਢਾ ਹੋਇਆ ਸੇਖ ਫਰੀਦ ਕੰਮਣ ਲੱਗੀ ਦੇ, ਜੇ 100 ਵਰਿਆਂ ਜੀਵਣਾ
ਤੌਂ ਪੀ ਹੋਸੀ ਤਨਖੇ। ਤੇ ਬਾਪੂ ਨੇ ਥੋੜਾ ਜਿਹਾ ਆਖਣਾ, ਵੇਖ ਲੈ ਜੱਸੋ ਮੈਨੂੰ ਮੁੰਡਾ ਆਂਦਾ ਤੂੰ ਮਰ ਜਾਣਾ। ਤੇ ਉਹ ਆਂਦੀ ਉਹ ਠੀਕ ਆਂਦਾ ਵਾ, ਸਾਰਿਆਂ ਨੂੰ ਜਾਣਾ ਪੈਣਾ ਇੱਥੋਂ। ਓਏ ਮੈਨੂੰ ਆਂਦਾ ਇਹ ਨਾਮ ਸਿੰਘ ਦਾ ਪੋਤਰਾ। ਉਹ ਮੈਂ ਕਿਹਾ ਬਾਪੂ ਇਹ ਗੱਲ ਬਿਲਕੁਲ ਮੁੱਲ ਦੀ ਆ। ਆਂਦਾ ਫਿਰ ਮੈਂ ਕਿਹਾ ਜਿਨ ਵੱਤੇ ਹਰ ਨਾਮ ਨਾ ਬੀਜਿਓ, ਅੱਗੇ ਭੁੱਖਾ ਕਿਆ ਖਾਏ। ਆਂਦਾ ਫਿਰ ਮੈਂ ਕਿਹਾ ਬਾਪੂ ਵੱਤਰ ਖੁਸ਼ਕ ਹੋ ਗਿਆ ਵਾ, ਹੁਣ ਬਿਰਧ ਅਵਸਥਾ ਵਿੱਚ ਸਿਮਰ ਨਹੀਂ ਚੱਲਦਾ। ਠੀਕ ਆ ਬਾਬੇ ਫਰੀਦ ਨੇ ਭਾਵੇਂ ਕਿਹਾ ਵਾ ਕਾਲੀ ਧੌਲੀ ਸਹਿਬ ਸਦਾ ਹੈ, ਜੇ ਨਿਤ ਰਾਸ ਕਰੇ। ਉਹਨੇ ਬਾਪੂ ਨੇ ਆਖਣਾ ਕਾਕੋ ਵੇਖ ਲਾ ਮੈਨੂੰ ਆਂਦਾ ਤੇਰਾ ਵੱਤਰ ਖੁਸ਼ਕ ਹੋ ਗਿਆ। ਚਲੋ ਜਦੋਂ ਬਾਪੂ ਜੀ ਨੂੰ ਆਪਾਂ ਚੜਾ ਕੇ ਮਹਾਂਪੁਰਖਾਂ ਦੀ ਹਜ਼ੂਰੀ ਵਿੱਚ ਲੈ ਗਏ ਤੇ ਬਾਬਾ ਜੀ ਹਾਲੇ ਉੱਠਣ ਲੱਗੇ। ਮੈਂ ਕਿਹਾ ਮਹਾਰਾਜ ਜੀ ਬਾਪੂ ਗਰਾਇਆ ਆ ਗਿਆ। ਕਹਿੰਦੇ ਅੱਛਾ। ਕਹਿੰਦੇ ਲੈ ਆਓ ਗਾਂ। ਫਿਰ ਅਸੀਂ ਅੰਦਰ ਲੈ ਗਏ। ਉਹਨੇ ਜਾ ਕੇ ਸਾਧ ਸੰਗਤ ਜੀ ਬਾਬਾ ਜੀ ਨੂੰ ਮੱਥਾ ਟੇਕਣ ਪਿਆ। ਬਾਬਾ ਜੀ ਉਹਨੂੰ ਟੇਕਣ ਪਏ। ਕਹਿੰਦੇ ਤੂੰ ਵੱਡਾ ਸਾਡੇ ਨੂੰ ਉਮਰ ਦਾ। ਉਹ ਆਖਣ ਲੱਗਾ ਨਹੀਂ, ਮੈਂ ਤੁਹਾਡੇ ਨਾਲ ਸਾਰੀ ਉਮਰ ਹੀ ਲੜਦਾ ਰਿਹਾ, ਮੈਂ ਤੁਹਾਨੂੰ ਪਛਾਣਿਆ ਨਹੀਂ। ਬਾਬਾ ਜੀ ਨੇ ਸਾਂਝ ਵੀ ਬੜੀ ਸੀ। ਬਾਬਾ ਜੀ ਉਹਨਾਂ ਦੇ ਘਰ ਵਿੱਚ ਪੋਥੀਆਂ ਲੈਣ ਆਉਂਦੇ ਹੁੰਦੇ ਸਨ। ਗੁਰੂ ਗ੍ਰੰਥ ਸਾਹਿਬ ਦੇ ਟੀਕੇ ਜਿਹੜੇ ਅਰਥਾਂ ਸਮੇਤ ਕੀਤੇ ਹੁੰਦੇ ਸਨ ਭਾਈ ਸਾਹਿਬ ਸਿੰਘ ਵਾਲੇ, ਇਹ ਬਾਪੂ ਜੀ ਕੋਲ ਕਈ ਵਾਰੀ ਪੋਥੀਆਂ ਬਾਪੂ ਜੀ ਨੇ ਉਹਨਾਂ ਕੋਲ ਲੈ ਆਉਣੀਆਂ। ਤੇ ਬਾਪੂ ਜੀ ਆਪਣੇ ਸੁਭਾਅ ਮੁਤਾਬਕ ਉਹਨਾਂ ਨੇ ਇਹ ਵੀ ਕਹਿ ਦਿੰਦੇ ਹੁੰਦੇ ਸਨ ਤੁਸੀਂ ਬਟੇਰੇ ਫੜਦੇ ਰਹੇ। ਕਈ ਵਾਰੀ ਬਾਬਾ ਜੀ ਨੇ ਚੁੱਪ ਕਰ ਰਹਿਣਾ, ਬਾਬਾ ਜੀ ਨੇ ਹੱਸਦੇ ਹੁੱਸਦੇ ਰਹਿਣਾ। ਤੇ ਕਈ ਵਾਰੀ ਬਾਬਾ ਜੀ ਆਂਦੇ ਮੈਂ ਬਹੁਤ ਵਾਰੀ ਉਹਨਾਂ ਦੇ ਘਰ ਗਿਆ ਤੇ ਪੋਥੀਆਂ ਲੈ ਆਉਣੀਆਂ ਜਵਾਨੀ ਵਿੱਚ, ਸਾਡੇ ਜੰਮਣ ਤੋਂ ਪਹਿਲਾਂ ਦੀਆਂ ਗੱਲਾਂ। ਕਿਉਂਕਿ ਬਾਬਾ ਜੀ ਪਿਛਲੇ ਜਨਮਾਂ ਤੋਂ ਸਾਧੂ ਆਏ, ਇਸ ਜਨਮ ਦੇ ਵਿੱਚ ਨਹੀਂ, ਪਿੱਛੋਂ ਹੀ ਧਰੋ ਹੀ ਕੀ ਪਤਾ ਨਹੀਂ ਕਿੰਨੇ ਜਾਮਿਆਂ ਦੇ ਵਿੱਚ ਸਾਧੂ ਆਏ ਨੇ ਤੇ ਕਿੰਨੀ ਕੁ ਦੁਨੀਆ ਤਾਰਦੇ। ਕਿਉਂਕਿ ਮਹਾਂਪੁਰਖ ਇੱਕ ਵਾਰੀ ਭਜਨ ਕੀਤਾ ਸੀ ਕੰਡਿਆਲ ਪਿੰਡ ਦੇ ਵਿੱਚ ਕਿ ਇਹ ਸਾਰਾ ਜੋ ਵੀ ਨਾਮ ਜਪਾਉਂਦਾ ਰਿਹਾ ਦੇਹ ਬਦਲ ਕੇ, ਇਹਦੀ ਕਿਸੇ ਨੇ ਬਦਲੀ ਨਹੀਂ ਕੀਤੀ। ਸੋ ਜੋ ਕਹਿੰਦੇ ਮਹਾਂਪੁਰਖ ਅਟਲ ਸੀ। ਪਰ ਜਦੋਂ ਬਾਪੂ ਜੀ ਨੇ ਜਾ ਕੇ ਬਾਬਾ ਜੀ ਨੂੰ ਇਸ ਤਰ੍ਹਾਂ ਕਿਹਾ ਤੇ ਉਹਨੇ ਬਾਬਾ ਜੀ ਗਾੜੀ ਜਾ ਕੇ ਤੇ ਰੋਂਡਾ ਪਿਆ, ਆਂਦਾ ਮੇਰੀਆਂ ਭੁੱਲਾਂ ਬਖਸ਼ੋ, ਮੇਰੀਆਂ ਭੁੱਲਾਂ ਬਖਸ਼ੋ। ਬਾਬਾ ਜੀ ਆਖਣ ਲੱਗੇ ਸੌਣ ਸਿੰਘ ਨੇ ਤੈਨੂੰ ਬਖਸ਼ਿਆ ਨਹੀਂ, ਕਿਉਂਕਿ ਰਾਣਾ ਸਵਾਮੀ ਵਾਲੇ ਸੌਣ ਸਿੰਘ ਉਹਨੇ ਸਿਮਰ ਲਿਆ ਸੀ। ਉਹ ਕਹਿੰਦਾ ਮੈਂ ਨਹੀਂ ਕੀਤਾ, ਕਿੱਲੀ ਨੇ ਟੰਗ ਛੜਿਆ। ਸੱਚ ਬੋਲਦਾ ਸੀ ਉਹ ਵੀ, ਮੈਂ ਸਿਮਰ ਨਹੀਂ ਕੀਤਾ, ਮੈਂ ਲੈ ਕੇ ਕਿੱਲੀ ਨੇ ਟੰਗ ਛੜਿਆ, ਮੈਂ ਤੇ ਮਰਾਦਾ ਮਰੂਦਾ ਮੰਗਦਾ ਰਿਹਾ। ਹੁਣ ਕਿਉਂਕਿ ਪੋਥੀਆਂ ਬੜੀਆਂ ਪੜੀਆਂ ਸੀ ਉਹਨੇ, ਉਹ ਗਿਆਨਵਾਨ ਸੀਗਾ। ਪਰ ਇਹ ਸੁਭਾਅ ਦਾ ਅੜਬ ਉੱਥੇ ਜਾ ਕੇ ਫੇਰ ਅੜ ਗਿਆ। ਆਂਦਾ ਮਹਾਰਾਜ ਮੈਂ ਤੁਹਾਡਾ ਨਾਂ ਲੈਂਦਾ ਰਿਹਾ, ਤੁਹਾਡੇ ਗਾੜੀ ਮੈਂ ਵੱਧ ਘੱਟ ਬੋਲਦਾ ਰਿਹਾ, ਮੈਨੂੰ ਬਖਸ਼ੋ। ਤੇ ਬਖਸ਼ਿਆ ਮੈਂ ਤਾਂ ਜਾਊਂਗਾ ਮੇਰੇ ਸਿਰ ਦੇ ਉੱਤੇ ਪੈਰ ਧਰੋਗੇ ਤੇ। ਹੁਣ ਹੈਰਾਨਗੀ ਵਾਲੀ ਗੱਲ ਆ, ਮਹਾਂਪੁਰਖ ਕਿਸੇ ਨੂੰ ਲਾਗੇ ਨਹੀਂ ਆਉਣ ਦਿੰਦੇ। ਪਰ ਬਾਪੂ ਇਹ ਅੜਬ ਇਹ ਅੜਿੱਕਾ ਪਾਇਆ। ਆਂਦਾ ਜਿੰਨਾ ਚਿਰ ਮੈਂ ਉਹਨਾਂ ਚਿਰ ਮੈਂ ਜਾਣਾ ਹੀ ਨਹੀਂ, ਜਿੰਨਾ ਚਿਰ ਮੇਰੇ ਸਿਰ ਦੇ ਉੱਤੇ ਪੈਰ ਨਾ ਧਰੋਗੇ। ਆਪ ਉਹ ਥੱਲੇ ਬਹਿ ਗਿਆ। ਬਾਬਾ ਜੀ ਤਖਤ ਪੋਸ਼ ਤੇ ਬੈਠੇ ਸਨ। ਪਰ ਕਿਸੇ ਦੇ ਆਖੇ ਬਾਬਾ ਜੀ ਲੱਗਣ ਵਾਲੇ ਨਹੀਂ, ਪਤਾ ਨਹੀਂ ਮੌਜੀ ਠਾਕਰ ਲੱਗ ਗਏ ਉਹਦੇ ਆਖੇ। ਅੱਖੀ ਵੇਖੇ ਸੀਨ ਸਾਧ ਸੰਗਤ ਜੀ। ਆਂਦਾ ਜਿਸ ਤਰ੍ਹਾਂ ਰਾਏ ਬਲਾਰ ਦੇ ਗੁਰੂ ਨਾਨਕ ਨੇ ਰਾਏ ਬਲਾਰ ਦੇ ਸਿਰ ਦੇ ਉੱਤੇ ਪੈਰ ਧਰ ਕੇ ਗੁਰੂ ਰਾਏ ਬਲਾਰ ਨੂੰ ਬਖਸ਼ਿਆ, ਇਸ ਤਰ੍ਹਾਂ ਮੈਨੂੰ ਬਖਸ਼ੋ। ਇਸ ਤਰ੍ਹਾਂ ਮੌਜੀ ਠਾਕਰਾਂ ਨੂੰ ਫਿਰ ਰੱਖਣੇ ਪਏ। ਜਦੋਂ ਰੱਖ ਦਿੱਤੇ ਤੇ ਫਿਰ ਉਹਨੇ ਝੋਲੀ ਅੱਡੀ। ਵੇਖੋ ਮੰਗਣ ਦਾ ਢੰਗ ਤਰੀਕਾ। ਝੋਲੀ ਅੱਡੀ ਮਹਾਰਾਜ ਇਹ ਚ ਵੀ ਕੁਝ ਪਾਓ। ਬਾਬਾ ਜੀ ਆਖਣ ਲੱਗੇ ਕਰੋੜੀ ਪਾ ਦੋ ਬਈ ਗੁੜ ਦੀ। ਉਹ ਜਦੋਂ ਰੋੜੀ ਪਾਈ ਤੇ ਆਂਦਾ ਇਹਦੇ ਨਾਲ ਨਹੀਂ ਗੱਲ ਬਣਨੀ। ਉਹ ਮੇਰੇ ਅੰਦਰ ਨਾਮ ਦਾ ਕਿਣਕਾ ਵਸਾਓ, ਨਾਮ ਵੀ ਦਿਓ। ਉਹ ਕਹਿੰਦੇ ਨਹੀਂ ਸੌਣ ਸੇ ਵਾਲਾ ਹੀ ਚੰਗਾ। ਉਹ ਕਹਿੰਦਾ ਨਹੀਂ ਹੁਣ ਬਖਸ਼ਿਸ਼ ਕਰੋ, ਮੇਰੇ ਤੇ ਮਿਹਰ ਕਰੋ। ਸੋ ਗੁਰੂ ਨੂੰ ਸਾਧ ਸੰਗਤ ਜੀ ਫਿਰ ਮਹਾਂਪੁਰਖਾਂ ਨੇ ਦਇਆ ਦ੍ਰਿਸ਼ਟੀ ਕਰਕੇ ਸਾਡੇ ਵੱਲ ਇਸ਼ਾਰਾ ਕੀਤਾ, ਬੱਚੂ ਤੂੰ ਦੱਸ। ਮਹਾਰਾਜ ਜੀ ਤੁਸੀਂ ਦੱਸੋ। ਨਹੀਂ ਬੱਚੂ ਤੂੰ ਦੱਸ, ਉੱਚੀ ਬੋਲ।
ਬਾਪੂ ਨੂੰ ਉੱਚੀ ਸੁਣਦਾ ਸੀ। ਜਦੋਂ ਮੈਂ ਉੱਚੀ ਨੇ ਦੱਸਿਆ ਕਿ ਸਵਾਸਾਂ ਦੇ ਨਾਲ ਸਿਮਰਨ ਕਰਨਾ ਵਾ, ਸਾਰੀ ਜੁਗਤੀ ਬਖਸ਼ੀ ਉਹਨੂੰ, ਸਾਰੀ ਦਸੇ ਦੇ ਪ੍ਰਵਾਨ ਕਰ, ਕਹਿੰਦਾ ਹਾਂ ਕਾਕੋ ਮੰਨਿਆ ਗਿਆ। ਆਂਦਾ ਮੈਂ ਹੋਰ ਗੱਲਾਂ ਪੁੱਛਣੀਆਂ ਬਾਬਾ ਜੀ ਨੂੰ। ਮੈਂ ਕਿਹਾ ਪੁੱਛ। ਆਂਦਾ ਜੀ ਕਾਕੋ ਤੁਹਾਡਾ ਕਹਿੰਦਾ ਵਾ ਵੱਤਰ ਖੁਸ਼ਕ ਹੋ ਗਿਆ। ਬਾਬੇ ਆਂਦੇ ਕੀ ਆਂਦਾ? ਮੈਂ ਕਿਹਾ ਜੀ ਇਹ ਆਂਦਾ ਵੱਤਰ ਖੁਸ਼ਕ ਹੋ ਗਿਆ ਵਾ। ਬਾਬੇ ਆਂਦੇ ਫਿਰ? ਮੈਂ ਕਿਹਾ ਜੀ ਤੁਹਾਡੀ ਮੌਜ ਦੀ ਖੇਡ ਆ। ਆਂਦਾ ਮੇਰਾ ਵੱਤਰ ਜਮਾਓ। ਹੁਣ ਵੱਤਰ ਮਹਾਂਪੁਰਖਾਂ ਹੁਕਮ ਕਰਨ ਲੱਗੇ, ਇਹ ਸੁਹਾਗਾ ਜਿਹੜਾ ਉਦਲੀ ਕੰਨੀ ਮੋਰਲੀ ਕੰਨੀ ਕੰਨ ਚਾੜ ਕੇ ਆਂਦੇ ਸੁਹਾਗਾ ਮਾਰੋ, ਭਾਵ ਆ ਕੇ ਰਗੜ ਕੇ ਸੁਹਾਗਾ ਮਾਰੋ ਤੇ ਪੈਜ ਦਾ ਵੱਤਰ ਜੰਮ ਜਾਂਦਾ। ਸੁਹਾਗੇ ਦਾ ਮਤਲਬ ਹੀ 2-4 ਜਾਣੇ ਇਕੱਠੇ ਹੋ ਕੇ ਤੇ ਲੱਗੇ ਕਥਾ ਵਾਰਤਾ, ਰੱਬ ਦੇ ਘਰ ਦੀ ਗੱਲ ਸੁਣਿਆ ਕਰਿਆ ਕਰੋ। ਤੇ ਸਾਨੂੰ 8 ਦਿਨਾਂ ਦਾ ਹੁਕਮ ਕੀਤਾ ਕਿ 8 ਦਿਨਾਂ ਬਾਅਦ ਬੱਚੂ ਸੁਹਾਗਾ ਮਾਰਿਆ ਕਰ, ਇਹਦੇ ਘਰ ਜਾਇਆ ਕਰ। ਮੈਂ ਬੇਨਤੀ ਕੀਤੀ ਜੀ ਮੈਨੂੰ ਸੰਗ ਆਉਂਦੀ ਆ। ਕਹਿੰਦੇ ਕੋਈ ਸੰਗ ਨਹੀਂ, ਸੰਗਣ ਦੀ ਲੋੜ ਨਹੀਂ, ਤੈਨੂੰ ਕੋਈ ਨਹੀਂ ਕੁਝ ਕਹਿੰਦਾ। ਮੈਂ ਕਿਹਾ 7 ਵਜੇ ਨੂੰ ਚਲੋ ਫਿਰ ਆਪਾਂ ਜਾਣਾ ਸ਼ੁਰੂ ਕਰ ਦਿੱਤਾ। ਪਰ ਇੱਥੇ ਬਾਪੂ ਜੀ ਨੇ ਇੱਕ ਹੋਰ ਗੱਲ ਪੁੱਛ ਲਈ। ਆਂਦਾ ਮਹਾਰਾਜ ਜੀ, ਆਂਦੇ ਕੀ ਆਂਦਾ? ਆਂਦਾ ਜਦੋਂ ਮੈਂ ਪ੍ਰਾਣ ਛੱਡਣੇ ਕਾਕੋ ਮੇਰੇ ਲਾਗੇ ਹੋਣਾ ਚਾਹੀਦਾ। ਉਹ ਮੇਰੇ ਵੱਲੋਂ ਕਹਿ ਦਿੱਤਾ ਉਹਨੇ ਬਾਬਾ ਜੀ ਨੂੰ। ਬਾਬਾ ਜੀ ਆਖਣ ਲੱਗੇ ਕਿਉਂ ਬਈ ਆਪੋ ਜੀ ਦੀ ਸਲਾਹ ਕਰ ਲਓ। ਮੈਂ ਕਿਹਾ ਜੀ ਮੈਨੂੰ ਨਹੀਂ ਪਤਾ, ਪ੍ਰਾਣਾਂ ਦਾ ਕੀ ਪਤਾ, ਸਾਡੇ ਪਹਿਲਾਂ ਛੁੱਟ ਜਾਣੇ ਕਿਹਦੇ ਛੁੱਟਣੇ, ਕਿਉਂਕਿ ਇਹ ਨਾ ਰਹਿਣ ਵਾਲੀ ਵਸਤੂ ਆ, ਸਦਾ ਥਿਰ ਨਹੀਂ ਕਿਸੇ ਦੇ ਪ੍ਰਾਣ ਰਹੇ। ਤੇ ਜੇ ਤੁਹਾਡਾ ਹੁਕਮ ਲਾਗੂ ਹੋਊਗਾ, ਜੋ ਤੁਸੀਂ ਹੁਕਮ ਕਰੋਗੇ ਉਹ ਸੱਤ ਹੋ ਜਾਣਾ ਵਾ। ਤੁਸੀਂ ਥੋੜੀ ਜਿਹੀ ਗਵਾਹੀ ਪਾ ਦਿਓ। ਬਾਬੇ ਕਹਿੰਦੇ ਚੰਗਾ ਫੇ ਬਈ ਇਸ ਤਰ੍ਹਾਂ ਹੋ ਜੂ। ਬਾਪੂ ਨੂੰ ਇਹ ਹੁਕਮ ਲਾਗੂ ਕਰ ਦਿੱਤਾ। ਚਲੋ ਆਪਾਂ ਲੈ ਕੇ ਬਾਪੂ ਜੀ ਨੂੰ ਪਿੰਡ ਆ ਗਏ। ਜਦੋਂ ਪਿੰਡ ਆ ਗਏ, ਬਾਪੂ ਜੀ ਦੇ ਨਾਲ ਜਿਹੜੀਆਂ ਸਾਖੀਆਂ ਹੋਈਆਂ ਸਾਰੀਆਂ ਸੰਗਤਾਂ ਸਾਂਝੀਆਂ ਕਰਨੀਆਂ ਚਾਹੁੰਦੇ ਆ, ਕਿਉਂਕਿ ਸੰਗਤਾਂ ਗਾੜੀ ਸਿਹਤ ਰਹਿਣਗੀਆਂ। ਬਾਪੂ ਜੀ ਆਖਣ ਲੱਗਾ ਆਣ ਕੇ, ਜਦੋਂ ਆਪਾਂ ਦੂਸਰੇ ਚੌਥੇ 8 ਦਿਨਾਂ ਬਾਅਦ ਇਹਨਾਂ ਦੇ ਘਰ ਜਾਣਾ ਸ਼ੁਰੂ ਕਰ ਦਿੱਤਾ, ਤੇ ਇੱਕ ਦਿਨ ਆਖਣ ਲੱਗਾ ਬਾਪੂ ਵੀ ਮੇਰੇ 2 ਸੰਸੇ ਆ ਕਾਕੋ, ਉਹ ਜਿਹੜੇ ਮੈਨੂੰ ਜਨਮ ਮਰਨ ਦੇ ਗੇੜ ਵਿੱਚ ਪਾਉਣਗੇ। ਜੇ ਮੇਰੇ ਸੰਸੇ ਨਿਕਲ ਜਾਣਗੇ ਮੇਰਾ ਜਨਮ ਮਰਨ ਕੱਟਿਆ ਜਾਣਾ ਵਾ। ਮੈਂ ਕਿਹਾ ਬਾਪੂ ਸੰਸਿਆਂ ਤੋਂ ਤਾਂ ਉੱਠ ਕੇ ਸਿਮਰਨ ਦੇ ਨਾਲ ਲੱਗ। ਕਹਿੰਦਾ ਨਹੀਂ ਇਹ ਵੀ ਸੰਸੇ ਆ, ਇਹ ਮੈਨੂੰ ਸਿਮਰਨ ਵੱਲੋਂ ਹਟਾਉਂਦੇ, ਮੇਰੀ ਸੁਰਤਾ ਉੱਦਾਂ ਰਹਿੰਦੀ ਆ। ਮੈਂ ਕਿਹਾ ਦੱਸ। ਕਹਿੰਦਾ ਇਹਨਾਂ ਨੇ ਸ਼ਬਦ ਹੋਰ ਦੱਸਿਆ ਵਾ, ਰਾਧਾ ਸੁਆਮੀ ਵਾਲੇ 5 ਦੱਸਦੇ ਆ, ਗੁਰੂ ਗ੍ਰੰਥ ਸਾਹਿਬ 'ਚ 5 ਲਿਖਿਆ। ਉਹ ਮੈਂ ਕਿਹਾ ਕਿੱਥੇ ਲਿਖਿਆ ਵਾ 5? ਕਹਿੰਦਾ ਉਹਨਾਂ ਆਖਿਆ 5 ਪ੍ਰਵਾਨ 5 ਪ੍ਰਧਾਨ ਪੰਚੇ ਪਵੇ ਦਰਗਾਹ ਮਾਨ। ਮੈਂ ਠੀਕ, ਉਹਨਾਂ ਨੇ 5 ਸ਼ਬਦ ਨਹੀਂ ਕਿਹਾ, ਉਹਨਾਂ 5 ਸਾਧਾ ਮਹਾਤਮਾ ਨੂੰ ਕਿਹਾ ਵਾ। ਇਹ ਸੰਸਾਰ ਦੇ ਵਿੱਚ ਪ੍ਰਧਾਨ ਨੇ ਸਾਧੂ, ਤੇ ਇਹਨਾਂ ਦਾ ਬੋਲਾ ਜਿਹੜਾ ਮੰਨੂਗਾ ਉਹ ਦਰਗਾਹ ਦੇ ਵਿੱਚ ਮਾਣ ਪਾਉਣਗੇ। ਜਿਹੜਾ ਇਹਨਾਂ ਦੇ ਕੋਲ ਸਿਮਰ ਲਊਗਾ, ਜਿਹਨਾਂ ਦਾ ਉਪਦੇਸ਼ ਸੁਣੂਗਾ, ਪੂਰਨ ਸਾਧੂ ਹੋਣ। ਸਾਧੂ ਦੀ ਅਵਸਥਾ ਕਿਹੜੀ ਹੋਣੀ ਚਾਹੀਦੀ ਆ? ਆਸਾ ਮਨਸਾ ਸਗਲ ਤਿਆਗੇ, ਜਗਤੇ ਰਹੇ ਨਰਾਸਾ। ਕਾਮ ਕ੍ਰੋਧ ਪਰਸੇ ਨਾਇਨ, ਤੈ ਕਟ ਬ੍ਰਹਮ ਨਵਸਾ। ਗੁਰ ਕਿਰਪਾ ਜੈ ਨਰ ਕੋ ਕੀਨੀ, ਤੈ ਜੁਗਤ ਪਛਾਨੀ। ਨਾਨਕ ਲੀਨ ਪਿਓ ਗੋਬਿੰਦ ਸਿਉ, ਜਿਉ ਪਾਣੀ ਸੰਗ ਪਾਣੀ। ਸਾਧੂ ਦੀ ਅਵਸਥਾ ਹੋਣੀ ਚਾਹੀਦੀ ਹੈ ਕਿ ਸੰਸਾਰ ਦੇ ਰਸਾਂ ਕਸਾਂ ਤੋਂ ਤਾਂ ਉਹਦੇ ਮਨ ਚ ਵਿੱਚ ਕੋਈ ਵਾਸ਼ਨਾ ਨਹੀਂ ਹੋਣੀ ਚਾਹੀਦੀ। ਜਿਸ ਤਰ੍ਹਾਂ ਮਹਾਂਪੁਰਖ ਸਨ, ਮਹਾਂਪੁਰਖਾਂ ਦਾ ਜਦੋਂ ਸਾਹਿਬਜ਼ਾਦਾ ਗੁਜ਼ਰ ਗਿਆ ਤੇ ਉਹਦੇ ਸੰਸਕਾਰ ਤੇ ਨਹੀਂ ਗਏ, ਲੋਕੀ ਹਿਰਖ ਮਹਿਸੂਸ ਕਰਨ ਲੱਗੇ ਆ। ਤੇ ਬਾਬਾ ਜੀ ਕਹਿੰਦੇ ਜਿਹਦੀ ਵਸਤੂ ਉਹ ਲੈ ਗਿਆ। ਜਦੋਂ ਬਾਬਾ ਜੀ ਮਹਿੰਦਰ ਸਿੰਘ ਦਾ ਵਿਆਹ ਹੋਇਆ, ਸੰਗਤ ਦੱਸਦੀ ਉਸ ਟਾਈਮ ਦੀ ਕਿ ਬਾਬਾ ਜੀ ਜੰਜੇ ਨਹੀਂ ਗਏ ਨਾਲ। ਆਖਣ ਲੱਗੇ ਅਸੀਂ ਸਦਾ ਹੀ ਚੜੇ ਆ, ਨਾਮ ਖੁਮਾਰੀ ਨਾਨਕਾ
ਚੜੀ ਰਹੇ ਦਿਨ ਰਾਤ, ਸੰਸਾਰੀ ਕਾਰਾਂ ਵਿਹਾਰਾਂ ਤੋਂ ਵੀ, ਮੋਹ ਤੋਂ ਵੀ ਨਿਰਮੋਹ ਹੋ ਕੇ ਬੈਠੇ ਰਹੇ। ਸੋ ਗੁਰੂ ਸਾਧ ਸੰਗਤ ਜੀ, ਅੱਜ ਦੇ ਸਾਧੂ ਦੇ ਵਾਸ਼ਨਾ ਦੇ ਬੱਦੇ ਮਾਇਆ ਵਾਲੇ ਨੂੰ ਲਾਗੇ ਬਿਠਾ ਲੈਣਗੇ, ਮਾਇਆ ਵਾਲੇ ਦੀ ਗੱਡੀ 'ਚ ਬਹਿਣਗੇ, ਮਾਇਆ ਵਾਲੇ ਦੇ ਨਾਲ ਨਾਲ ਗੱਲਾਂ ਕਰਨਗੇ ਤੇ ਮਾਇਆ ਦੇ ਪੁਜਾਰੀ ਬਹੁਤੇ। ਸੋ ਗੁਰੂ ਸਾਧ ਸੰਗਤ ਜੀ, ਬੜੀ ਔਖੀ ਖੇਡ ਮਹਾਂਪੁਰਖਾਂ ਦੀ, ਵਚਨ ਕਮਾਉਣੇ। ਸੋ ਜਦੋਂ ਬਾਪੂ ਜੀ ਨੇ ਇਹ ਗੱਲ ਦੇ ਉੱਤੋਂ ਨਿਰਣਾ ਆ ਗਈ, ਮੈਂ ਹਾਂ ਗੁਰਬਾਣੀ ਦੇ ਵਿੱਚ ਲਿਖਿਆ ਵਾ, ਏਕਾ ਬਾਣੀ ਇੱਕ ਗੁਰੂ, ਏਕੋ ਸ਼ਬਦ ਵਿਚਾਰ। ਬਾਪੂ ਜੀ ਇੱਕੋ ਬਾਣੀ ਆ ਤੇ ਇੱਕ ਹੀ ਗੁਰੂ ਆ ਤੇ ਸ਼ਬਦ ਵੀ ਇੱਕ ਹੀ ਆ। ਅੰਦਾ ਚੰਗਾ ਕਾਕੋ, ਮੈਂ ਮੰਨ ਜਾਣਾ, ਪਰ ਇਹ ਗੱਲ ਦੇ ਵਿੱਚ ਮੈਂ ਮੰਨ ਗਿਆ ਤੇਰੀ ਗੱਲ। ਕਹਿੰਦੇ ਇੱਕ ਗੱਲ ਮੇਰੀ ਹੋਰ ਆ, ਉਹ ਵੀ ਦੱਸ। ਮੈਂ ਕਿਹਾ ਬਾਪੂ ਜੀ ਦੱਸੋ। ਕਹਿਣ ਲੱਗਾ ਕਿ ਜਿਹੜਾ ਗੌਤਮ ਰਿਖੀ ਹੋਇਆ, ਮੈਂ ਬੜੇ ਪਾਠੀਆਂ ਸਿੰਘਾਂ ਨੂੰ ਪੁੱਛਿਆ, ਬੜੇ ਰਾਗੀਆਂ ਨੂੰ ਪੁੱਛਿਆ, ਬੜੇ ਸਾਧੂਆਂ ਨੂੰ ਪੁੱਛਿਆ, ਕਿਸੇ ਨੇ ਇਹਦਾ ਜਵਾਬ ਨਹੀਂ ਦਿੱਤਾ। ਮੈਂ ਬਾਪੂ ਜੀ ਉਸੇ ਵੇਲੇ ਤੁਰਤ ਦੇਵਾਂਗੇ ਜਵਾਬ। ਸਤਿਗੁਰੂ ਦੀ ਮਹਾਂਪੁਰਖਾਂ ਦੀ ਕਿਰਪਾ ਸਦਕਾ, ਗੁਰੂ ਨਾਨਕ ਦੀ ਦਇਆ ਦੀ ਰਿੱਕੀ ਸਦਕਾ, ਜੋ ਵਚਨ ਕਰੇਗਾ ਪੂਰਾ ਕਰਾਂਗੇ, ਉਹਦਾ ਜਵਾਬ ਦੇਵਾਂਗੇ। ਕਿਉਂਕਿ ਮਹਾਂਪੁਰਖਾਂ ਨੇ ਸਾਨੂੰ ਹੁਕਮ ਕੀਤਾ ਕਿ ਸੁਹਾਗਾ ਮਾਰੋ ਤੇ ਵੱਤਰ ਜੰਮੂਗਾ। ਤੇ ਜੇ ਤੇਰੇ ਮਨ ਦੇ ਵਿੱਚ ਹੀ ਢੇਮਾਂ ਹੀ ਰਹੀਆਂ, ਸੰਸ਼ੇ ਹੀ ਰਹੇ, ਤੇ ਫਿਰ ਸੁਹਾਗਾ ਕਿੱਥੋਂ ਵੱਜਣਾ ਤੇ ਵੱਤਰ ਕਿੱਥੋਂ ਜੰਮਣਾ ਵਾ। ਕਿਉਂਕਿ ਮਹਾਂਪੁਰਖਾਂ ਨੇ ਹੁਕਮ ਲਾਗੂ ਕੀਤਾ, ਇਹ ਕਰਕੇ ਸੁਹਾਗਾ ਵੱਜੂਗਾ। ਪੱਤੀ ਚਾੜ ਕੇ ਮਹਾਂਪੁਰਖਾਂ ਨੇ ਕਿਹਾ, ਕਿਉਂਕਿ ਸੁਹਾਗੇ ਨੂੰ ਉਦੋਂ ਲੱਕੜ ਦੇ ਸੁਹਾਗੇ ਹੁੰਦੇ ਸਨ, ਪੱਤੀ ਲੱਗੀ ਹੁੰਦੀ ਸੀ, ਪੱਤੀ ਢੇਮਾ ਵੀ ਫੇਰ ਦਿੰਦੀ ਸੀ। ਇੱਥੇ ਸੰਗਤ ਕਰਨੀ ਹੈ, ਗੁਰੂ ਦੀ ਗੱਲ ਕਰਨੀ ਹੈ। ਗੱਲ ਬਾਪੂ ਜੀ ਨੇ ਸੁਣਾਈ। ਮੈਨੂੰ ਕਾਕੋ ਇਹ ਦੱਸ ਕਿ ਜਿਹੜਾ ਗੌਤਮ ਰਿਸ਼ੀ ਸੀਗਾ, ਸਾਖੀ ਸੰਗਤ ਜਾਣਦੀ ਸਾਰੀ ਕਿ ਉਹਦਾ ਬੋਲਬਾਲਾ ਪੂਰਾ ਹੋਇਆ। ਜੇ ਉਹਨੂੰ ਹੱਲਿਆ ਨੂੰ ਸ਼ਰਾਪ ਦਿੱਤਾ ਕਿ ਤੂੰ ਸਿਲ ਹੋ ਜਾ, ਤੇ ਉਹਨੇ ਤਰਲਾ ਮਾਰਿਆ ਕਿ ਮਹਾਰਾਜ ਮੈਂ ਤੁਹਾਡਾ ਸੰਗ ਕੀਤਾ ਸੀਗਾ, ਮੇਰਾ ਕੀ ਦੋਸ਼ ਆ, ਇੰਦਰ ਜੇ ਤੁਹਾਡਾ ਰੂਪ ਧਾਰ ਕੇ ਆ ਗਿਆ ਤੇ ਮੈਂ ਸਿਲ ਹੋ ਜੂਗੀ, ਤੇ ਕਿੰਨਾ ਚਿਰ ਪਈ ਰੂ, ਮੇਰੀ ਬਖਸ਼ੀ ਮੇਰੇ ਤੇ ਮਿਹਰਬਾਨ ਕਦੋਂ ਹੋਣਾ। ਕਿਉਂਕਿ ਸਿਲ ਜਿਹੜੀ ਆ ਪਤਾ ਨਹੀਂ ਯੁੱਗਾਂ ਦੇ ਹਿਸਾਬ ਨਾਲ ਪਈ ਰਹਿੰਦੀ ਆ। ਤੇ ਗੌਤਮ ਰਿਸ਼ੀ ਦੇ ਮੂੰਹ ਚੋਂ ਨਿਕਲ ਗਿਆ ਵੀ ਤ੍ਰੇਤੇ ਯੁੱਗ ਵਿੱਚ ਫੇਰ ਆਂਦੀ, ਮਹਾਰਾਜ ਮੈਂ ਕਿੰਨਾ ਚਿਰ ਪਈ ਰਹੂੰਗੀ, ਦੁਆਪਰ ਆਉਣਾ ਫੇਰ ਤ੍ਰੇਤਾ। ਗੌਤਮ ਰਿਸ਼ੀ ਨੇ ਯੋਗ ਸ਼ਕਤੀ ਦੇ ਨਾਲ ਵਚਨ ਛੱਡਤਾ, ਅੱਛਾ ਵੀ ਤ੍ਰੇਤਾ ਪਹਿਲਾਂ ਆ ਜਾਊਗਾ, ਦੁਆਪਰ ਬਾਅਦ ਚ ਆਊਗਾ। ਜਦੋਂ ਰਾਮਾ ਅਵਤਾਰ ਹੋਣਗੇ ਤੇ ਉਹਨਾਂ ਦੇ ਚਰਨ ਛੋਹਣਗੇ, ਛੋਹ ਪ੍ਰਾਪਤ ਹੋਊਗੀ ਤੈਨੂੰ, ਤੇ ਫਿਰ ਤੇਰੀ ਮੁਕਤੀ ਹੋਊਗੀ। ਚਲੋ ਉਤਰਾ ਹੀ ਹੋਇਆ, ਇਤਿਹਾਸ ਦੱਸਦਾ ਕਿ ਉਤਰਾ ਹੀ ਹੋਇਆ। ਜਿਹੜੀ ਲੜਕੀ ਸੀ ਉਹਨਾਂ ਦੀ ਅੰਜਣੀ ਗੁਰੂ ਗੌਤਮ ਰਿਸ਼ੀ ਦੀ, ਤੇ ਉਹ ਪਹਿਰੇਦਾਰ ਖਲੋਤੀ ਸੀ। ਉਹਨੂੰ ਜਦੋਂ ਲਾਗੋਂ ਦੀ ਗੌਤਮ ਰਿਸ਼ੀ ਲੰਘਿਆ ਤੇ ਉਹਨੇ ਪਛਾਣਨਾ ਕੀ ਸੀਗਾ, ਇੰਦਰ ਨੇ ਤੇ ਗੌਤਮ ਦਾ ਰੂਪ ਧਾਰਿਆ ਸੀ। ਛਲ ਕਰਨ ਵਾਸਤੇ ਕਪਟ ਕੀਤਾ, ਸਾਰੀ ਸੰਗਤ ਨੂੰ ਪਤਾ। ਉਹਨੇ ਫਿਰ ਅੰਜਣੀ ਨੂੰ ਵੀ ਸ਼ਰਾਪ ਦੇ ਦਿੱਤਾ, ਆਂਦੇ ਜਾਂ ਤੈਨੂੰ ਕੁਆਰੀ ਦੇ ਪੇਟੋਂ ਬਾਲ ਪੈਦਾ ਹੋਊ। ਸੋ ਸਾਧ ਸੰਗਤ ਦੀ ਸੰਗਤਾਂ ਨੇ ਦੇਖੇ ਹੋਣਗੇ, ਜਿੱਥੇ ਕਲਗੀਧਰ ਪਾਤਸ਼ਾਹ ਨੇ ਸ਼ਿਕਾਰ ਘਾਟ, ਜਿੱਥੇ ਮੂਲੇ ਖੱਤਰੀ ਨੂੰ ਤੀਰ ਮਾਰ ਕੇ ਸਹਿ ਦੀ ਜੂਨ ਵਿੱਚੋਂ ਮੌਤ ਕੀਤਾ, ਉੱਥੇ ਸ਼ਿਕਾਰ ਘਾਟ ਬਣਾਇਆ ਜਿਹੜਾ ਗੁਰੂ ਨਾਨਕ ਪਾਤਸ਼ਾਹ ਦੇ ਜਾਮੇ ਦੇ ਵਿੱਚ। ਜਦੋਂ ਮੂਲਾ ਖੱਤਰੀ ਘਰੇ ਸੀਗਾ ਤੇ ਲੁਕਿਆ ਹੋਇਆ ਗੁਰੂ ਸਾਹਿਬਾਂ ਕੋ, ਕੰਨੀ ਕਤਰਾ ਗਿਆ ਤੇ ਗੁਰੂ ਸਾਹਿਬਾਂ ਦੇ ਮੂੰਹੋਂ ਨਿਕਲ ਗਿਆ ਵੀ ਹੁਣ ਤੂੰ ਬਖਸ਼ਿਆ ਨਹੀਂ ਜਾਏਗਾ। ਸੰਗਤ ਨੇ ਤਰਲਾ ਮਾਰਿਆ, ਕਹਿੰਦੇ 10ਵੇਂ ਜਾਮੇ 'ਚ ਜਾ ਕੇ ਫਿਰ ਬਖਸ਼ਾਂਗੇ ਇਹਨੂੰ। ਜੂਨਾਂ 'ਚ ਭਟਕਦਾ ਰਿਹਾ, ਜਦੋਂ ਸਹਿ ਦੀ ਜੂਨ 'ਚ ਪਿਆ ਤੇ ਪਾਤਸ਼ਾਹ ਨੇ ਕੱਢਿਆ। ਇਹਦੇ ਥੱਲੜੇ ਬੰਨੇ ਅੰਜਣੀ ਦਾ ਖੂਹ, ਉਹਦੇ ਆਪਾਂ ਦਰਸ਼ਨ ਕੀਤੇ ਇੱਕ ਵਾਰੀ, ਜਿੱਥੋਂ ਕੁਆਰੀ ਦੇ ਪੇਟੋਂ ਇਹ ਹਨੂੰਮੰਤ ਵੀਰ ਪੈਦਾ ਹੋਇਆ। ਅੰਜਣੀ ਨੇ ਆਖਿਆ ਮੇਰਾ ਨਾਂ ਨਿਸ਼ਾਨੀ ਰਹੂਗਾ ਦੁਨੀਆ ਤੇ, ਕਹਿੰਦੇ ਤੈਨੂੰ ਵੀ ਲੋਕੀ ਜਾਣਨਗੇ ਜੁਗੋ ਜੋਗੀ।
ਸੋ ਹਨੂਮਾਨ ਕਰਕੇ ਅੰਜਨੀ ਨੂੰ ਵੀ ਲੋਕੀ ਜਾਣਦੇ ਆ। ਫਿਰ ਕੀ ਹੋਇਆ, ਚੰਦਰਮੇ ਨੇ ਕੀ ਕੀਤਾ, ਇਹਨੇ ਇੰਦਰ ਭਗਵਾਨ ਨੇ ਪੁੱਛਿਆ ਸੂਰਜ ਨੂੰ ਤੇ ਚੰਦਰਮੇ ਨੂੰ ਕਿ ਧਰਤੀ ਤੇ ਜਿਹੜੀ ਕੋਈ ਸੁੰਦਰਵਤੀ ਔਰਤ ਆ, ਸਭ ਤੋਂ ਸੁੰਦਰ ਉਹ ਕੌਣ ਹੈ। ਸੂਰਜ ਨੇ ਤੇ ਪੱਲਾ ਕਤਰਾ ਲਿਆ ਕਿ ਮੈਂ ਜਦੋਂ ਨਿਕਲਦਾ ਵਾਂ ਮੇਰੀ ਤਰਫ ਦੇ ਨਾਲ ਜਿਹੜੀਆਂ ਸੋਹਣੀਆਂ ਸੁੰਦਰੀਆਂ ਨੇ ਉਹ ਅੰਦਰਾਂ 'ਚ ਵੜ ਜਾਂਦੀਆਂ, ਤੇ ਚੰਦਰਮਾ ਜਦੋਂ ਠੰਡਾ ਹੁੰਦਾ ਹੈ ਨਿਕਲਦਾ ਵਾ ਤੇ ਉਦੋਂ ਬਾਹਰ ਨੂੰ ਨਿਕਲਦੀਆਂ ਉਹਨੇ ਚੰਦਰਮੇ ਦੇ ਦੁਆਲੇ ਕਰ ਦਿੱਤਾ। ਚੰਦਰਮੇ ਨੂੰ ਆਂਦੇ ਤੂੰ ਦੱਸ, ਤੇ ਚੰਦਰਮਾ ਦਾ ਮੈਂ ਵੇਖ ਕੇ ਦੱਸੂ। ਇਹਨੇ ਨਿਸ਼ਾਨਾ ਤੇ ਠੀਕ ਮਾਰਿਆ, ਉਹ ਹੱਲਿਆ ਨਾਰੀ ਜਿਹੜੀ ਗੌਤਮ ਰਿਸ਼ੀ ਦੀ ਸਭ ਤੋਂ ਸੁੰਦਰ ਹੈ, ਉਹਨਾਂ ਚੰਦਰਮੇ ਨੂੰ ਵੀ ਕਲੰਕ ਲਾ ਦਿੱਤਾ, ਦੁਪੱਟਾ ਮਾਰਿਆ। ਕੋਈ ਦੱਸਦਾ ਇਤਿਹਾਸ ਵਾਲੇ ਜਿਸ ਤਰ੍ਹਾਂ ਲਿਖਦੇ ਆ, ਤੇ ਇਹਨੂੰ ਕਲੰਕ ਲੱਗ ਗਿਆ। 14ਵੀਂ ਦਾ ਚੰਦ ਜਿਹੜਾ ਤਾਂ ਵੀ ਕਲੰਕ ਲਾ ਦਿੱਤਾ। ਇਹਨੂੰ ਪਤਾ ਨਹੀਂ ਕੀ ਕੀਤਾ, ਇਹਦੇ ਬਾਰੇ ਕਥਾ ਵਿੱਚ ਗਾੜੀ ਮੈਨੂੰ ਨਹੀਂ ਪੂਰਾ ਚੇਤਾ ਵੀ ਕੀ ਉਹਨੂੰ ਲੱਗਾ। ਚਲੋ ਬਾਪੂ ਵਾਲੇ ਪਾਸੇ ਜਾਂਦੇ ਆ। ਬਾਪੂ ਨੇ ਆਖਿਆ ਉਹ ਵੀ ਪੂਰਾ ਹੋਇਆ। ਕੁੱਕੜ ਜਿਹਨੇ ਬਾਂਗ ਟਾਈਮ ਤੋਂ ਪਹਿਲਾਂ ਦੇ ਦਿੱਤੀ ਉਹਨੂੰ ਵੀ, ਉੱਤੇ ਵੀ ਤਬਾਰ ਨਹੀਂ, ਉਹਨੂੰ ਵੀ ਆਖਿਆ ਤੂੰ ਬੇਤਬਾਰਾ ਹੋ ਜਾਏਗਾ ਕੋਈ ਗੱਲ, ਉਹਨੂੰ ਵੀ ਸ਼ਰਾਪ ਦੇ ਦਿੱਤਾ। ਸਾਰੇ ਸ਼ਰਾਪ ਕਹਿਣ ਦਾ ਪਾਪ ਵੀ ਪੂਰੇ ਹੋਏ ਗੌਤਮ ਰਿਸ਼ੀ ਦੇ। ਜਦੋਂ ਨਦੀ ਕੋ ਗਏ ਆ, ਗੰਗਾ ਕੋ, ਤੇ ਉਹਨੇ ਆਖਿਆ ਇਸ਼ਨਾਨ ਨਾ ਕਰੀ, ਮੈਂ ਨਗਰ ਹਾਲਤ 'ਚ ਪਈ ਆ, ਚੱਲ ਜਾ ਪਿਛਾਂ ਹੀ ਤੇਰੇ ਨਾਲ ਛਲ ਹੋਣ ਡਿਆ। ਬਾਪੂ ਨੇ ਸਾਰੀ ਗੱਲ ਸੁਣਾ ਕੇ ਕਹਿਣ ਲੱਗਾ ਕਾਕੋ ਉਹ ਮੈਨੂੰ ਕਾਕੋ ਦੱਸ ਵੀ ਉਹਦੇ ਸ਼ਰਾਪ ਸਾਰੇ ਪੂਰੇ ਹੋਏ ਆ, ਤੇ ਉਹ ਐਡਾ ਸ਼ਰਾਪ ਦੇ ਕੇ ਪੂਰੇ ਕਰਨ ਵਾਲਾ ਸਾਰੇ ਸ਼ਰਾਪ ਪੂਰੇ, ਤੇ ਉਹ ਐਡਾ ਅਕਲ ਵਾਲਾ ਹੁੰਦਾ ਤੇ ਘਰੋਂ ਹੀ ਨਹੀਂ ਜਾਂਦਾ। ਇਹ ਮੈਨੂੰ ਦੱਸ ਵੀ ਘਰੋਂ ਗਿਆ ਤੇ ਗਿਆ ਕਿਉਂ, ਤੇ ਉਹਦੇ ਸ਼ਰਾਪ ਪੂਰੇ ਹੋਏ ਤੇ ਹੋਏ ਕਿਉਂ। ਮੇਰੀ ਸਾਰੀ ਜ਼ਿੰਦਗੀ ਲੰਘ ਗਈ ਆ, ਮੈਂ ਸਾਰਿਆਂ ਸਾਧੂਆਂ ਮਹਾਤਮਾ ਨੂੰ ਪੁੱਛਿਆ, ਕਿਸੇ ਨੇ ਇਹਦਾ ਜਵਾਬ ਨਹੀਂ ਦਿੱਤਾ। ਮੈਂ ਕਿਹਾ ਬਾਪੂ ਇਹ ਗੱਲ ਹੀ ਨਿੱਕੀ ਜੀ ਆ। ਕਹਿੰਦਾ ਗੱਲ ਨਿੱਕੀ ਜੀ ਆ। ਮੈਂ ਕਿਹਾ ਬਿਲਕੁਲ ਨਿੱਕੀ ਜੀ। ਕਹਿੰਦਾ ਅੱਛਾ ਕਾਕੋ ਫਿਰ ਦੱਸ। ਮੈਂ ਕਿਹਾ ਹੋ ਸਿੱਧਾ। ਕਹਿੰਦਾ ਸਿੱਧਾ ਹੀ ਆ। ਮੈਂ ਕਿਹਾ ਬਿਰਤੀ ਕਾਗਰ ਕਰ, ਜਿਹੜਾ ਸੰਤਾਂ ਮਹਾਂਪੁਰਖਾਂ ਤੈਨੂੰ ਟੱਪਾ ਦਿੱਤਾ ਉਹਦੇ ਨਾਲ ਲੱਗ ਕੇ ਵਿਆਹ ਦੇ ਵਿੱਚ ਜੋੜ ਤੇ ਬਹਿ। ਮਾੜਾ ਸਰੀਰ ਸੀ, ਢੋਟਾ ਲਾ ਕੇ ਬਿਠਾਲਣਾ ਪੈਂਦਾ ਸੀ, ਬਹਿ ਗਿਆ। ਕਹਿੰਦਾ ਮੇਰਾ ਧਿਆਨ ਤੇਰੀ ਗੱਲ ਵਿੱਚ ਵਾ, ਦੱਸ ਕਾਕੂ। ਮੈਂ ਕਿਹਾ ਤੂੰ ਅੱਜ ਮਹਾਂਪੁਰਖਾਂ ਕੋਲ ਲੈ ਲਿਆ ਸ਼ਬਦ ਤੇ ਤੂੰ ਬਾਹਰ ਅੰਦਰ ਨਹੀਂ ਜਾਂਦਾ, ਪਰ ਪਹਿਲਾਂ ਦੀ ਗੱਲ ਤੇਰੇ ਨਾਲ ਛੇੜਦੇ ਆ। ਕਹਿੰਦਾ ਕਾਕੋ ਦੱਸ। ਮੈਂ ਕਿਹਾ ਜਦੋਂ ਤੂੰ ਰਾਧਾ ਸਵਾਮੀ ਵਾਲਾ ਦਾ ਟੱਪਾ ਰਗੜਦਾ ਹੀ, ਸਵਾਸਾਂ ਨਾਲ ਜਪਦਾ ਹੀ, ਜਾਂ ਕਿਸ ਤਰ੍ਹਾਂ ਮੂੰਹ ਨਾਲ ਜਪਦਾ ਸੀ, ਮੈਨੂੰ ਇਹਦੇ ਬਾਰੇ ਨਹੀਂ ਪਤਾ, ਜਾਂ ਮਾਲਾ ਨਾਲ ਜਪਦਾ ਸੀ। ਕਹਿੰਦਾ ਹਾਂ ਕਾਕੋ। ਆਂਦਾ ਮੈਂ ਤੈਨੂੰ ਗੌਤਮ ਰਿਸ਼ੀ ਵੱਲੋਂ ਪੁੱਛਿਆ। ਮੈਂ ਕਿਹਾ ਗੱਲ ਉਹੋ ਹੀ ਕਰਨ ਲੱਗਾ ਵਾਂ। ਕਹਿੰਦਾ ਕਾਕੋ ਦੱਸ। ਮੈਂ ਕਿਹਾ ਫਿਰ ਤੁਸੀਂ, ਤੁਹਾਡੀ ਬੰਬੀ ਤਕਰੀਬਨ ਇੱਥੋਂ 1 ਕਿਲੋਮੀਟਰ ਪਿੰਡ ਤੋਂ ਹਟ ਨਹੀਂ ਹੈਗੀ ਆ। ਕਹਿੰਦਾ ਹਾਂ ਕਾਕੂ। ਮੈਂ ਕਿਹਾ ਜਦੋਂ ਤੁਸੀਂ ਬੰਬੀ ਤੇ ਤੁਰ ਕੇ ਜਾਂਦੇ ਜੇ, ਤੁਰੇ ਜਾਂਦੇ ਜੇ, ਤੁਹਾਡਾ ਗਾੜੀ ਧਿਆਨ ਹੁੰਦਾ ਵਾ ਕਿ ਪਿਛਾਂ ਘਰ ਹੁੰਦਾ। ਕਹਿੰਦਾ ਇਹ ਕੀ ਗੱਲ, ਮੈਂ ਗੌਤਮ ਰਿਸ਼ੀ ਵੱਲੋਂ ਪੁੱਛਣ ਡਿਆ। ਮੈਂ ਕਿਹਾ ਗੱਲ ਹੀ ਗੌਤਮ ਰਿਸ਼ੀ ਦੀ ਕਰਨ ਲੱਗਾ ਤੇਰੇ ਨਾਲ। ਕਹਿੰਦਾ ਅੱਛਾ। ਇਹ ਕਈ ਵਾਰੀ ਗਾੜੀ ਹੁੰਦਾ ਤੇ ਕਈ ਵਾਰੀ ਪਿਛਾਂ ਵੀ ਹੋ ਜਾਂਦਾ, ਘਰ ਵਿੱਚ ਵੀ। ਮੈਂ ਘਰ ਵਿੱਚ ਕਿਸ ਤਰ੍ਹਾਂ ਹੁੰਦਾ। ਕਹਿੰਦਾ ਨੌਵਾਂ ਕੰਮ ਤੇ ਗਈਆਂ ਹੁੰਦੀਆਂ, ਪੜ੍ਹਾਉਣ ਉਹਨਾਂ ਨੇ ਆਉਣਾ। ਕਾਕੋ ਦੁਪਹਿਰ ਲੱਗ ਗਈ, ਮੇਰਾ ਧਿਆਨ ਹੁੰਦਾ ਵੀ ਟਾਈਮ ਨਾਲ ਘਰ ਆ ਜਾਣ, ਚੋਰ ਚੱਕੇ ਬੜੇ ਫਿਰਦੇ ਆ। ਤੇ ਕਈ ਵਾਰੀ ਗਾੜੀ ਹੁੰਦਾ ਵੀ ਬੰਬੀ ਦੇ ਉੱਤੇ ਕੋਈ ਚੀਜ਼ਾਂ ਚਾਜ਼ਾਂ ਨਾ ਲੈ ਜਾਣ ਚੁੱਕ ਕੇ ਲੋਕ, ਜਾਂ ਕੋਈ ਫਸਲ ਨਾਲ ਨੁਕਸਾਨ ਨਾ ਕਰਨ। ਮੈਂ ਕਿਹਾ ਅੱਛਾ। ਮੈਂ ਜਦੋਂ ਰਾਧਾ ਸਵਾਮੀਆਂ ਦਾ ਟੱਪਾ ਲਿਆ ਸੀਗਾ, ਉਹ ਜਦੋਂ ਟੱਪੇ ਨਾਲ ਜੁੜਦਾ ਤੇਰੀ ਸੁਰਤ ਤੁਹਾਡੀ ਜੁੜ ਜਾਂਦੀ ਆ, ਤੇ ਗਾੜੀ ਤੇ ਸੁਰਤ ਜਾਂਦੀ ਇੱਕ ਬੰਬੀ ਵੱਲ ਕੇ ਜਾਂ ਘਰ ਹੁੰਦੀ ਆ। ਕਹਿੰਦਾ ਕਾਕੋ ਇਹਦਾ ਕੀ ਮਤਲਬ। ਮੈਂ ਕਿਹਾ ਤੈਨੂੰ ਇੱਥੋਂ ਮੈਂ ਗੱਲ ਦੱਸਣੀ ਗੌਤਮ ਰਿਸ਼ੀ ਦੀ। ਕਹਿੰਦਾ ਜੇ ਇਹਦੇ ਸੁਰਤ ਜੁੜ ਜਾਂਦੀ ਆ ਫਿਰ ਨਾ ਗਾਂਹ ਜਾਂਦੀ ਨਾ ਪਿਛਾਂ, ਫਿਰ ਟੱਪੇ ਨਾਲ ਜੁੜ ਜਾਂਦੀ ਆ, ਫਿਰ ਆਪਣੇ ਵਿੱਚ ਹੀ ਮਸਤੀ ਦੇ ਵਿੱਚ ਹੀ ਆਪਣੀ ਸੁਰਤਾਂ ਦੇ ਨਾਲ ਹੀ ਫਿਰ ਤੁਰੇ ਜਾਂਦਾ ਵਾ, ਫਿਰ ਗਾਂਹ ਪਿਛਾਂ ਨਹੀਂ ਜਾਂਦੀ, ਨਾ ਘਰ ਜਾਂਦੀ ਆ ਨਾ ਗਾੜੀ ਬੰਬੀ ਤੇ ਜਾਂਦੀ ਆ। ਮੈਂ ਕਿਹਾ ਬਸ। ਕਹਿੰਦਾ ਆਹੋ ਤੂੰ ਹੁਣ ਦੱਸ। ਮੈਂ ਕਿਹਾ ਜਿਹੜਾ ਗੌਤਮ ਰਿਸ਼ੀ ਸੀਗਾ ਉਹਦੀ ਹਰਦਮ ਸੁਰਤਾ ਸ਼ਬਦ ਨਾਲ ਜੁੜਦੀ ਸੀ, ਹਰਦਮ ਇਕਾਗਰ ਚਿੱਤ ਰਹਿੰਦਾ ਸੀ, ਹਰਦਮ ਸਿਮਰਨ ਦੇ ਅਭਿਆਸ ਦੇ ਨਾਲ ਜੁੜਿਆ ਰਹਿੰਦਾ ਸੀਗਾ। ਇਕਾਗਰ ਚਿੱਤ ਉਹਦੀ ਨਾ ਪਛਾਣ ਘਰ ਦੇ ਜੀਆਂ ਵੱਲ ਆਉਂਦੀ ਸੀ, ਤੇ ਨਾ ਗਾੜੀ ਉਹਦੀ ਗੰਗਾ ਦੇ ਵਿੱਚ ਜਾਂਦੀ ਸੀ।
ਕਹਿੰਦਾ ਫੇਰ ਕਾਕੋ ਸਰਾਪ ਕਿਤਨਾ ਪੂਰਾ ਹੋਇਆ। ਮੈਂ ਕਿਹਾ ਜਿਹੜਾ ਕਾਗਰ ਚਿੱਤ ਜਿਹੜਾ ਸਿਮਰਨ ਕਰ ਰਿਹਾ ਉਹਦਾ ਸਰਾਪ ਤੇ ਅਟਲ ਹੋਣਾ ਸੀ, ਉਹਦੇ ਪੂਰਾ ਹੋਣਾ ਸੀ, ਕਿਉਂਕਿ ਰਹਿੰਦਾ ਹੀ ਸਿਮਰਨ ਦੇ ਵਿੱਚ ਸੀ। ਉਹਨੇ ਗੰਗਾ ਦਾ ਗਾੜੀ ਥੋੜਾ ਵੇਖਣਾ ਸੀ ਵੀ ਉਹਨੇ ਮੈਨੂੰ ਮੋੜ ਦੇਣਾ ਜਾਂ ਮੈਂ ਘਰ ਦੀ ਰਾਖੀ ਕਰਾਂ ਸੁਰਤਾ ਪਿਛਾਂ ਘਲਾ ਕੇ। ਉਹਦੇ ਰਹਿੰਦਾ ਹੀ ਸਿਮਰਨ ਦੇ ਵਿੱਚ ਹੀ, ਤੇ ਇਸ ਕਰਕੇ ਉਹਦਾ ਵਜਨ ਵੀ ਪੂਰਾ ਹੋਣਾ ਸੀ। ਜਦੋਂ ਇਸ ਤਰ੍ਹਾਂ ਹੋਇਆ ਫਿਰ ਮੱਛੀ ਦੀ ਨਿਆਏ ਸਾਧ ਸੰਗਤ ਜੀ ਤੜਫਿਆ। ਉਹ ਕਹਿੰਦਾ ਨਾਮ ਸੰਧਿਆ ਪੁੱਤਰਿਆ, ਉਹ ਤੇਰੇ ਤੇ ਬਾਬੇ ਯਾਰਾ ਨੇ ਐਡੀ ਵੱਡੀ ਬਖਸ਼ਿਸ਼ ਕਰ ਦਿੱਤੀ, ਐਡੀ ਵੱਡੀ ਦਇਆ ਕਰ ਦਿੱਤੀ, ਉਹਦਾ ਕਰੋ ਪੈਰ ਕਾਕਾ, ਉਹ ਮੈਂ ਤੇਰੇ ਪੈਰੀਆਂ ਥਲਾਵਾਂ। ਰੋਂਡਾ ਪਿਆ ਫਿਰ। ਮੈਂ ਕਿਹਾ ਬਾਪੂ ਨਹੀਂ, ਉਹਨਾਂ ਨੇ ਵਚਨ ਕੀਤਾ ਸੀ ਸੁਹਾਗਾ ਮਾਰਨਾ, ਸੋ ਸੁਹਾਗਾ ਵੱਜ ਗਿਆ ਵਾ। ਸੋ ਸਾਧ ਸੰਗਤ ਜੀ ਇੱਥੇ ਫਤਿਹ ਬੁਲਾਉਂਦੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।